Hello everyone, welcome to Victor's Knowledge. This is Chinu Sharma. So today we are going to take up another important lecture for the exam of Punjab Police Sub Inspector as well as Constable. ਸਪੈਸ਼ਲੀ ਜਿਹੜਾ ਸਬ ਇੰਸਪੈਕਟਰ ਪੇਪਰ ਹੈ ਜੇ ਤੁਸੀਂ ਪਿਛਲੇ ਸਾਲ ਦਾ ਦੇਖਿਆ ਹੋਊਗਾ ਉਹਦੇ ਵਿੱਚ ਕੁਝ ਪੈਸੇਜ ਬੇਸਡ ਕੁਐਸਚਨ ਆਏ ਸੀ ਜਿਹੜੇ ਇਹ ਪੈਸੇਜ ਸੀ ਜੇ ਤੁਸੀਂ ਧਿਆਨ ਨਾਲ ਇਹਨਾਂ ਨੂੰ ਪੜਿਆ ਹੋਊਗਾ ਕੁਝ ਲੀਗਲ ਬੈਕਗ੍ਰਾਉਂਡ ਦੇ ਸੀ ਕੁਝ ਸੀ ਜਿਹੜਾ ਟੌਪਿਕ ਹੈ ਅਵੇਅਰਨੈਸ ਆਫ ਇਸ਼ੂਜ਼ ਕੰਸਰਨਿੰਗ ਡਾਇਵਰਸਿਟੀ ਇਸ ਟੌਪਿਕ ਨਾਲ ਰਿਲੇਟਡ ਸੋ ਅੱਜ ਆਪਾਂ ਇੱਕ ਪੈਸੇਜ ਦੀ ਐਗਜ਼ਾਮਪਲ ਦੇਖਾਂਗੇ ਕਿ ਤੁਹਾਨੂੰ ਕਿਵੇਂ ਦੇ ਪੈਸੇਜ ਆ ਸਕਦੇ ਨੇ ਕਿਵੇਂ ਅਟੈਂਪਟ ਕਰਨਾ ਉਹਦੇ ਵਿੱਚੋਂ ਕਿਹੜਾ ਲਾਅ ਤੁਹਾਨੂੰ एग्जाम ਦੇ ਵਿੱਚ ਆਇਆ ਹੋਇਆ ਉਹਦੀ ਤੁਹਾਨੂੰ ਕਿੰਨੀ ਬੇਸਿਕ ਜਾਣਕਾਰੀ ਹੋਣੀ ਜ਼ਰੂਰੀ ਹੈ ਆਲਸੋ ਕੁਝ ਮੈਂ ਤੁਹਾਡੇ ਨਾਲ ਲੈਂਡਮਾਰਕ ਜਜਮੈਂਟਸ ਦੇ ਉੱਪਰ ਬੇਸਡ ਐਮਸੀਕਿਊ ਡਿਸਕਸ ਕਰੂੰਗੀ ਲੀਗਲ ਰੀਜ਼ਨਿੰਗ ਦੇ ਅੰਦਰ ਤੁਸੀਂ ਪਿਛਲੇ ਸਾਲ ਦੇਖਿਆ ਹੋਊਗਾ ਕੁਝ ਰੀਸੈਂਟ ਜਾਂ ਫਿਰ ਪੁਰਾਣੇ ਲੈਂਡਮਾਰਕ ਉਹ ਕੇਸਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਇੱਕ एग्जाम्पल ਦੇ ਤੌਰ ਤੇ ਸੈੱਟ ਕੀਤੇ ਜਾਂਦੇ ਨੇ ਕਿ ਜੋ ਡਿਸੀਜਨ ਇਸ ਕੇਸ ਦੇ ਵਿੱਚ ਦੇਤਾ ਇਹ ਹੁਣ ਅੱਗੇ ਆਉਣ ਵਾਲੇ ਸੇਮ ਨੇਚਰ ਦੇ ਜੋ ਵੀ ਇਸ਼ੂ ਆਉਣਗੇ ਉਹਨਾਂ ਵਿੱਚ ਸਿਮਿਲਰਲੀ ਇਹਦੇ ਡਿਸੀਜਨ ਨੂੰ ਹੀ ਫੋਲੋ ਕੀਤਾ ਜਾਊਗਾ ਉਹ ਕੇਸਿਸ ਨੂੰ ਕਿਹਾ ਜਾਂਦਾ ਹੈ ਲੈਂਡਮਾਰਕ ਸੋ ਕੁਝ ਆਪਾਂ ਲੈਂਡਮਾਰਕ ਕੇਸਿਸ ਜਿਹੜੇ ਇੰਪੋਰਟੈਂਟ ਕੇਸਿਸ ਨੇ ਜਿਨ੍ਹਾਂ ਨੇ ਕੁਝ ਵਧੀਆ ਡਿਸੀਜਨ ਦਿੱਤੇ ਨੇ ਦੇਸ਼ ਦੇ ਵਿੱਚ ਜਿਨ੍ਹਾਂ ਨਾਲ ਕੁਝ ਬਦਲਾਅ ਆਏ ਨੇ ਉਹਨਾਂ ਦੇ ਉੱਤੇ ਆਧਾਰਿਤ ਆਪਾਂ ਐਮਸੀਕਿਊ ਦੇਖਾਂਗੇ ਇੱਕ ਸਿੰਪਲ ਆਪਾਂ ਇੱਕ ਸਿੰਗਲ ਐਮਸੀਕਿਊ ਬੇਸਡ ਪੈਸੇਜ ਕੁਐਸਚਨ ਦੇਖਾਂਗੇ ਤੇ ਸਟਾਰਟਿੰਗ ਵਿੱਚ ਆਪਾਂ ਦੇਖਾਂਗੇ ਇੱਕ ਵੱਡਾ ਪੈਸੇਜ ਜਿਸ ਟਾਈਪ ਦੇ आई थिंक हिंदू लॉ ਦੇ ਵਿੱਚੋਂ ਕੁਐਸਚਨ ਆਇਆ ਸੀ ਇੱਕ ਆਇਆ ਸੀ ਕਸਟਮ ਲॉ ਦੇ ਨਾਲ ਰਿਲੇਟਡ ਸੋ ਉਹ ਸਾਰੀਆਂ ਚੀਜ਼ਾਂ ਆਪਾਂ ਅੱਜ ਦੇ ਲੈਕਚਰ ਅੰਦਰ ਕਵਰ ਕਰਾਂਗੇ ਇਹਦਾ ਮੇਨ ਮਕਸਦ ਕੀ ਹੈ ਕਿ ਤੁਹਾਨੂੰ ਪਤਾ ਚੱਲ ਜੇ ਕਿ ਜੇ ਲੀਗਲ ਰੀਜ਼ਨਿੰਗ ਹੈ ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਸਿਰਫ ਲਾਜ਼ ਪੜ੍ਹਨੇ ਨੇ ਸੈਕਸ਼ਨ ਤਿਆਰ ਕਰਨੇ ਨੇ ਤੁਹਾਨੂੰ ਕਿਸ ਟਾਈਪ ਦੇ ਕੁਐਸਚਨ ਪੇਪਰ ਚ ਆ ਸਕਦੇ ਨੇ ਤੁਸੀਂ ਆਪਣੀ ਤਿਆਰੀ ਨੂੰ ਕਿਵੇਂ ਕਰਨਾ ਹੈ ਸੋ ਦੈਟ ਜਿਹੜਾ ਲੀਗਲ ਰੀਜ਼ਨਿੰਗ ਦਾ ਟੌਪਿਕ ਹੈ ਇਹਦੇ ਵਿੱਚੋਂ ਤੁਹਾਡੇ ਮਾਰਕਸ ਨਾ ਜਾਣ ਕਿਉਂਕਿ ਬੇਸਿਕ ਜਿਹੜੇ ਟੌਪਿਕ ਨੇ ਪੋਲਿਟੀ ਸਾਇੰਸ ਕਰੰਟ ਅਫੇਅਰ ਉਹ ਤਾਂ ਸਾਰੇ ਤਿਆਰ ਕਰ ਲੈਂਦੇ ਨੇ ਪੇਪਰ ਦੇ ਵਿੱਚ ਮੈਰਿਟ ਵਿੱਚ ਉਹ ਸਟੂਡੈਂਟ ਆਉਂਦੇ ਨੇ ਜਿਹੜੇ ਇਸ ਟਾਈਪ ਦੇ ਟ੍ਰਿਕੀ ਟੌਪਿਕਸ ਦੇ ਵਿੱਚ ਐਕਸੈਲ ਕਰਦੇ ਨੇ ਸੋ ਇਸੇ ਲਈ ਅੱਜ ਦੇ ਇਸ ਲੈਕਚਰ ਦੇ ਅੰਦਰ ਆਪਾਂ ਕੁਝ ਇੰਪੋਰਟੈਂਟ ਪੈਸੇਜ ਬੇਸਡ ਕੁਐਸਚਨ ਦੀ ਪ੍ਰੈਕਟਿਸ ਕਰਾਂਗੇ ਨਾਲ ਹੀ case based MCQ ਦੇਖਾਂਗੇ So before beginning with our today's lecture, I would like to share important information regarding a course that I have launched for combined PSSP exams ਜਿਵੇਂ exercise ਦਾ ਪੇਪਰ ਹੋ ਗਿਆ clerk ਦਾ ਹੋ ਗਿਆ ਜਾਂ forest guard ਦਾ even video ਕਿਉਂਕਿ ਆਪਾਂ ਨੂੰ ਪਤਾ ਹੈ ਕਿ almost same syllabus ਹੈ ਤੇ ਕੁਝ ਪੇਪਰ ਤਾਂ ਇਹੋ ਜਿਹੇ ਨੇ ਜਿਨ੍ਹਾਂ ਦਾ 100% exactly same syllabus ਹੈ ਸੋ ਇਹਦੇ ਲਈ ਮੈਂ ਇੱਕ ਕੰਬਾਈਨਡ ਕੋਰਸ ਲਾਂਚ ਕੀਤਾ ਹੋਇਆ ਹੈ ਇਹ ਸਾਰੀਆਂ ਡੀਟੇਲਸ ਨੇ ਕੋਰਸ ਦੀਆਂ ਤੁਹਾਨੂੰ ਨੋਟਸ ਮਿਲ ਰਹੇ ਨੇ ਵੀਡੀਓ ਲੈਕਚਰ ਮਿਲ ਰਹੇ ਨੇ ਐਮਸੀਕਿਊਜ਼ ਦੈਨ ਆਲਸੋ ਤੁਹਾਨੂੰ ਕਰੰਟ ਅਫੇਅਰ ਮਿਲ ਰਹੇ ਨੇ ਪਿਛਲੇ ਸਾਲ ਜੁਲਾਈ 2021 ਤੋਂ ਸ਼ੁਰੂ ਹੋ ਕੇ ਜਦੋਂ ਤੱਕ ਪੇਪਰ ਹੋਣਗੇ ਤੇ ਟਾਰਗੇਟ ਮੰਥ ਮੈਂ ਰੱਖਿਆ ਹੋਇਆ ਨਵੰਬਰ ਕਿਉਂਕਿ ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਨਵੰਬਰ ਦੇ ਵਿੱਚ ਕੋਆਪਰੇਟਿਵ ਇਨਸਪੈਕਟਰ ਐਗਜ਼ਾਮ ਵੀ ਦੇਣ ਜਾ ਰਹੇ ਨੇ ਸੋ ਉਹਦੇ ਲਈ ਵੀ ਹੈਲਪਫੁਲ ਰਹੂਗਾ ਕੋਰਸ ਤੁਹਾਡੇ ਲਈ ਕਰੰਟ ਅਫੇਅਰ ਤੁਹਾਨੂੰ ਮਿਲਣਗੇ ਨਵੰਬਰ 2022 ਤੱਕ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੇ ਸਟੂਡੈਂਟ ਇਸ ਕੰਪਲੀਟ ਕੋਰਸ ਨੂੰ ਬਾਏ ਕਰਨਗੇ ਫਿਊਚਰ ਦੇ ਵਿੱਚ ਜਦੋਂ ਵੀ ਮੈਂ ਕੋਈ ਵਿਕਟਰਸ ਨੌਲੇਜ ਪਲੇਟਫਾਰਮ ਤੋਂ ਪੇਡ ਕੋਰਸ ਲਾਂਚ ਕਰੂੰਗੀ ਜਾਂ ਕੋਈ ਨੋਟਸ ਮੌਕ ਟੈਸਟ ਹਰ ਮਟੀਰੀਅਲ ਤੁਹਾਨੂੰ 100% ਫ੍ਰੀ ਮਿਲੂਗਾ ਤੁਸੀਂ ਸਿਰਫ ਇਹ ਇੱਕ ਕੋਰਸ ਬਾਏ ਕਰਨਾ ਹੈ ਜਿੰਨੇ ਬਾਕੀ ਕੋਰਸ ਨੇ ਬਾਕੀ ਨੋਟਸ ਨੇ ਮੌਕ ਟੈਸਟ ਨੇ ਸਭ ਕੁਝ ਤੁਹਾਡੇ ਲਈ ਫ੍ਰੀ ਹੋਊਗਾ ਫॉर ऑल ਟਾਈਮਸ ਟੂ ਕਮ ਬਾਕੀ ਜੇ ਤੁਹਾਡੀ ਕੋਈ ਹੋਰ ਕੁਐਰੀ ਹੈ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ on legalvictor02896@gmail.com so starting with first passage as we enter Aligarh town historically famous for Aligarh Muslim University through its Chungi gate we find a number of tea stall dhaba that are sprawled all around the campus ਅਲੀਗੜ੍ਹ ਦੇ ਅੰਦਰ ਐਂਟਰ ਹੋਇਆ ਕੋਈ ਇੱਕ ਦੱਸ ਰਿਹਾ ਸਿਚੁਏਸ਼ਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕਰਕੇ ਇਸ ਟਾਊਨ ਨੂੰ ਜਾਣਿਆ ਜਾਂਦਾ ਬਹੁਤ ਸਾਰੀਆਂ ਛੋਟੇ-ਛੋਟੇ ਉੱਥੇ ਟੀ ਦੀਆਂ ਸਟਾਲਸ ਨੇ ਢਾਬੇ ਨੇ ਕੈਂਪਸ ਦੇ ਅੰਦਰ ਵੀ ਯੂਨੀਵਰਸਿਟੀ ਦੇ ਅਲੱਗ-ਅਲੱਗ ਜਗ੍ਹਾ ਤੇ ਤੁਹਾਨੂੰ ਇਸ ਟਾਈਪ ਦੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਅਸਦ ਇੱਕ 12 ਸਾਲ ਦਾ ਬੱਚਾ ਹੈ ਉਹ ਨਜ਼ੀਮ ਢਾਬੇ ਉੱਤੇ ਪਿਛਲੇ 2 ਸਾਲਾਂ ਤੋਂ ਕੰਮ ਕਰ ਰਿਹਾ ਹੈ ਜਿਹੜਾ ਢਾਬਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਹੈ ਹਰ ਦਿਨ ਉਹਨੂੰ 100 ਤੋਂ 120 ਰੁਪਏ ਮਿਲਦਾ ਹੈ his typical day start ਉਹਦਾ ਕੰਮ ਕਰਨ ਦਾ ਜਿਹੜਾ ਟਾਈਮ ਹੈ ਉਹ ਸਵੇਰ ਦੇ 10 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 11:30 ਤੱਕ ਚੱਲਦਾ ਹੈ
He reminisces about going to a government school as he hastens to get back to work with 3 empty glasses in his hand. His eyes glow with the very thought of going back to school one day. ਜੋ ਪਰਸਨ ਇਸ ਸਿਚੁਏਸ਼ਨ ਦੀ ਗੱਲ ਕਰ ਰਿਹਾ ਹੈ ਦੱਸ ਰਿਹਾ ਕਿ 12 ਸਾਲ ਦਾ ਬੱਚਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਕੰਮ ਕਰ ਰਿਹਾ ਇੱਕ ਢਾਬੇ ਦੇ ਉੱਤੇ ਉਹਦੀਆਂ ਅੱਖਾਂ ਨੂੰ ਦੇਖ ਕੇ ਇਹ ਪਤਾ ਚੱਲਦਾ ਕਿ ਉਹ ਸਕੂਲ ਜਾਣਾ ਚਾਹੁੰਦਾ। ਉਸ ਤੋਂ ਬਾਅਦ ਇੱਕ ਹੋਰ ਬੱਚੇ ਦੀ ਗੱਲ ਹੋ ਰਹੀ ਹੈ 13 ਸਾਲ ਦਾ ਮੁਹੰਮਦ ਕੰਮ ਕਰਦਾ ਹੈ ਬੱਲੋ ਢਾਬੇ ਉੱਤੇ। He easily figure out whether customer would prefer a glass or a cooler to serve tea. ਮੁਹੰਮਦ had to drop out. ਮੁਹੰਮਦ ਸਕੂਲ ਗਿਆ ਸੀ ਉਹਨੂੰ ਛੱਡਣਾ ਪਿਆ। ਉਹ ਵੀ ਬਾਕੀਆਂ ਦੀ ਤਰ੍ਹਾਂ ਜਦੋਂ ਵੀ ਪੜ੍ਹਾਈ ਦੀ ਗੱਲ ਹੁੰਦੀ ਹੈ ਤਾਂ ਇੱਕ ਛੋਟੀ ਜੀ ਸਮਾਈਲ ਦੇ ਦਿੰਦਾ ਹੈ। ਜ਼ਿਆਦਾਤਰ ਜਿਹੜੇ ਬੱਚੇ ਢਾਬਿਆਂ ਉੱਤੇ ਕੰਮ ਕਰਦੇ ਨੇ ਇੱਕ ਚਾਈਲਡ ਲੇਬਰ ਦੇ ਤੌਰ ਤੇ ਉਹ ਸਕੂਲ ਜਾਣਾ ਚਾਹੁੰਦੇ ਨੇ ਜੇ ਉਹਨਾਂ ਨੂੰ ਅਪੋਰਚੁਨਿਟੀ ਮਿਲੇ ਕਿਉਂਕਿ ਜਿਹੜੇ ਵੀ ਇਹ ਬੱਚੇ ਪੂਅਰ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਉਹ ਚਾਈਲਡ ਲੇਬਰ ਕਰਦੇ ਨੇ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਪਰ ਕਿਤੇ ਨਾ ਕਿਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਸਕੂਲ ਨਹੀਂ ਜਾਣਾ ਚਾਹੁੰਦੇ। ਜਦੋਂ ਵੀ ਤੁਸੀਂ ਆਮ ਤੌਰ ਤੇ ਵੀ ਦੇਖੋਗੇ ਤੁਸੀਂ ਗੱਲ ਕਰਦੇ ਹੋ ਕਿਸੇ ਵੀ ਇਸ ਟਾਈਪ ਦੇ ਬੱਚੇ ਦੇ ਨਾਲ ਉਹ ਹਮੇਸ਼ਾ ਇਹ ਨਹੀਂ ਕਿ ਮਨਾ ਕਰਦੇ ਨੇ ਸਿਰਫ ਇੱਕ ਮਜਬੂਰੀ ਹੁੰਦੀ ਹੈ ਪਰ ਜੇ ਉਹਨਾਂ ਨੂੰ ਅਪੋਰਚੁਨਿਟੀ ਮਿਲੇ ਤਾਂ ਸਕੂਲ ਜ਼ਰੂਰ ਜਾਣਾ ਚਾਹੁੰਦੇ। One of them even said that such an arrangement would be possible only if his employer would allow him to leave the dhaba. ਮੁਹੰਮਦ ਦੇ ਲਈ ਜਿਹੜੀ ਪੜ੍ਹਾਈ ਆ ਉਹ ਇੱਕ ਲਗਜ਼ਰੀ ਦੀ ਤਰ੍ਹਾਂ ਹੈ ਜਿਹਦੇ ਬਾਰੇ ਉਹ ਸੋਚਦਾ ਹੈ ਕਿ ਇੱਕ ਗਰੀਬ ਪਰਿਵਾਰ ਦੇ ਹੋਣ ਵਿੱਚ ਕਰਕੇ ਉਹਨੂੰ ਕਦੇ ਵੀ ਨਹੀਂ ਮਿਲੂਗੀ। ਆਰਟੀਕਲ 21A ਸੰਵਿਧਾਨ ਦਾ ਸੋ ਹੁਣ ਉਰੇ ਗੱਲ ਹੋ ਗਈ ਇਸ ਸਿਚੁਏਸ਼ਨ ਦੇ ਨਾਲ ਆਪਾਂ ਨੇ ਸੰਵਿਧਾਨ ਦੇ ਆਰਟੀਕਲ ਦੀ ਗੱਲ ਨੂੰ ਜੋੜਤਾ ਜੋ ਮੇਨ ਫੋਕਸ ਪੁਆਇੰਟ ਹੈ ਜਿਹਦੇ ਕਰਕੇ ਇਹ ਲੀਗਲ ਰੀਜ਼ਨਿੰਗ ਦਾ ਪੈਸੇਜ ਬਣ ਰਿਹਾ। ਆਰਟੀਕਲ 21A ਕਹਿ ਰਿਹਾ ਕੋਈ ਵੀ ਬੱਚਾ ਉਹਨੂੰ free education ਮਿਲਣੀ ਚਾਹੀਦੀ ਹੈ up to the age of 14 year ਸੋ 6 ਤੋਂ 14 ਸਾਲ ਤੱਕ ਦੇ ਬੱਚੇ ਨੂੰ free education compulsory education ਇਹਦੀ ਗੱਲ ਹੁੰਦੀ ਹੈ ਆਰਟੀਕਲ 21A ਦੇ ਅੰਦਰ। however ground reality ਅਲੱਗ ਹੈ 6 ਤੋਂ 14 ਸਾਲ ਦੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਤੁਸੀਂ ਚਾਈਲਡ ਲੇਬਰ ਕਰਦੇ ਹੋਏ ਦੇਖੋਗੇ। Situation of government school in Aligarh is very poor. State has drafted many schemes. ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਲਈ ਸਕੀਮਸ ਤਾਂ ਬਹੁਤ ਤਿਆਰ ਕੀਤੀਆਂ ਨੇ ਪਰ ਉਹਨਾਂ ਦੀ ਲਾਗੂ ਨਹੀਂ ਹੋ ਪਾ ਰਹੀਆਂ। ਇੰਪਲੀਮੈਂਟੇਸ਼ਨ ਬਹੁਤ ਥੋੜੀ ਹੈ। Education schemes were not advertised. ਲੋਕਾਂ ਤੱਕ ਪੜ੍ਹਾਈ ਦੀਆਂ ਜਿਹੜੀਆਂ ਸਕੀਮਸ ਨੇ ਕਿ ਗਰੀਬ ਪਰਿਵਾਰਾਂ ਨੂੰ ਜਿਵੇਂ ਫ੍ਰੀ ਕੰਪਲਸਰੀ ਐਜੂਕੇਸ਼ਨ ਹੈ ਇਸ ਟਾਈਪ ਦੀਆਂ ਚੀਜ਼ਾਂ ਉਹਨਾਂ ਤੱਕ ਪਹੁੰਚਾਈਆਂ ਨਹੀਂ ਜਾਂਦੀਆਂ। ਲੋਕਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਆਪਣੇ ਬੱਚੇ ਨੂੰ ਪੜ੍ਹਾਵਾਂਗੇ ਸਾਡੇ ਲਈ ਬਹੁਤ ਮਹਿੰਗਾ ਪੈ ਜਾਊਗਾ ਅਸੀਂ ਪਹਿਲਾਂ ਹੀ ਗਰੀਬ ਪਰਿਵਾਰ ਤੋਂ ਆ। ਐਡਵਰਟਾਈਜ਼ ਨਹੀਂ ਕੀਤੀਆਂ ਜਾਂਦੀਆਂ ਐਜੂਕੇਸ਼ਨਲ ਸਕੀਮਸ ਪ੍ਰੋਪਰਲੀ and it was no wonder that most of the children did not even know of any such scheme. ਸੋ ਇਹ ਹੈ ਆਪਣਾ ਪੈਸੇਜ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਇਹਦੇ ਵਿੱਚ ਮੇਨ ਉਰੇ ਪੁਆਇੰਟ ਮੇਨ ਇਸ਼ੂ ਹਾਈਲਾਈਟ ਹੋ ਰਿਹਾ ਹੈ ਚਾਈਲਡ ਲੇਬਰ ਦਾ ਤੇ ਚਾਈਲਡ ਲੇਬਰ ਦੇ ਇਸ਼ੂ ਨੂੰ ਦੂਰ ਕਰਨ ਦੇ ਲਈ ਸੰਵਿਧਾਨ ਦੇ ਅੰਦਰ ਆਰਟੀਕਲ 21A ਹੈ ਜਿਹੜਾ 86th ਅਮੈਂਡਮੈਂਟ 2002 ਦੇ ਨਾਲ ਐਡ ਕੀਤਾ ਗਿਆ ਸੀ। ਇਹਦੇ ਅੰਦਰ ਕਿਹਾ ਗਿਆ ਕਿ ਕੋਈ ਵੀ ਬੱਚਾ 6 ਤੋਂ 14 ਸਾਲ ਤੱਕ ਦੀ ਉਮਰ ਦਾ ਹੈ ਉਹਨੂੰ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਓ ਤੇ ਇਸ ਚੀਜ਼ ਦੀ ਰਿਸਪੌਂਸਿਬਿਲਟੀ ਹੈ ਬੱਚੇ ਦੇ ਪੇਰੈਂਟਸ ਦੀ ਗਾਰਡੀਅਨਸ ਦੀ। ਹੁਣ ਆਪਾਂ ਨੂੰ ਪੈਸੇਜ ਸਮਝ ਆ ਗਿਆ। ਫਰਸਟ ਕੁਐਸਚਨ ਦੇਖ ਲੈਂਦੇ ਆ ਗਿਵਨ ਪੈਸੇਜ ਡਿਸਕਸਿਸ ਦ ਇਸ਼ੂ ਆਫ ਸੋ ਇਸ ਪੈਸੇਜ ਵਿੱਚ ਦੋ ਇਸ਼ੂ ਹਾਈਲਾਈਟ ਹੋ ਰਹੇ ਨੇ ਪਹਿਲਾ ਚਾਈਲਡ ਲੇਬਰ ਦਾ ਦੂਜਾ ਰਾਈਟ ਟੂ ਐਜੂਕੇਸ਼ਨ ਦਾ ਜਿਹਦੀ ਗੱਲ ਹੋ ਰਹੀ ਹੈ ਆਰਟੀਕਲ 21A ਦੇ ਅੰਦਰ। ਸੋ ਇੱਕ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਐਜੂਕੇਸ਼ਨ ਚਾਹੇ ਇਨਡਾਇਰੈਕਟਲੀ। ਹੁਣ ਤੁਹਾਨੂੰ ਸੰਵਿਧਾਨ ਦੀ ਨੌਲੇਜ ਹੋਣੀ ਜ਼ਰੂਰੀ ਹੈ ਤੁਹਾਨੂੰ ਬਾਕੀ ਜਿਵੇਂ ਹੋਰ ਆਪਾਂ ਅੱਗੇ ਪੈਸੇਜ ਦੇਖਾਂਗੇ ਉਹਦੇ 'ਚ ਜੇ ਕੋਈ ਪਾਰਟਿਕੂਲਰ ਲਾਅ ਦੀ ਗੱਲ ਹੋ ਰਹੀ ਹੈ ਕੁਝ ਇਹੋ ਜਿਹੇ ਕੁਐਸਚਨ ਹੁੰਦੇ ਨੇ ਜਿਹੜੇ ਡਾਇਰੈਕਟਲੀ ਤੁਹਾਨੂੰ ਪੈਸੇਜ ਵਿੱਚੋਂ ਨਹੀਂ ਦਿਖਣ ਨੂੰ ਮਿਲਣਗੇ ਜਿਨ੍ਹਾਂ ਬਾਰੇ ਜੇ ਤੁਹਾਨੂੰ ਪਹਿਲਾਂ ਤੋਂ ਥੋੜੀ ਬਹੁਤੀ ਲੀਗਲ ਨੌਲੇਜ ਹੈ ਤਾਂ ਹੀ ਤੁਸੀਂ ਸਹੀ ਆਨਸਰ ਦੇ ਸਕਦੇ ਹੋ। ਹੁਣ ਜੇ ਉਰੇ ਤੁਹਾਨੂੰ ਇਹ ਨਾ ਪਤਾ ਹੁੰਦਾ ਕਿ ਰਾਈਟ ਟੂ ਐਜੂਕੇਸ਼ਨ ਕਿਹਾ ਜਾਂਦਾ ਆਰਟੀਕਲ 21 ਨੂੰ ਤਾਂ ਸ਼ਾਇਦ ਤੁਸੀਂ ਉਰੇ ਸਿਰਫ ਫਰਸਟ ਆਪਸ਼ਨ ਟਿਕ ਕਰ ਦਿੰਦੇ ਇਹਦੇ ਨਾਲ ਥੋੜਾ ਆਨਸਰ ਗਲਤ ਹੋ ਜਾਂਦਾ। ਹੁਣ ਜੇ ਤੁਹਾਨੂੰ ਪਤਾ ਹੈ ਕਿ ਆਰਟੀਕਲ 21A ਦੀ ਗੱਲ ਹੋ ਰਹੀ ਹੈ ਤੇ ਉਹੀ ਆਰਟੀਕਲ ਰਾਈਟ ਟੂ ਐਜੂਕੇਸ਼ਨ ਹੈ ਫਿਰ ਤੁਸੀਂ ਉਰੇ ਆਪਸ਼ਨ ਟਿਕ ਕਰੋਗੇ ਦ ਰਾਈਟ ਵਨ ਆਪਸ਼ਨ C both A and B। ਅਗਲਾ ਕੁਐਸਚਨ ਹੈ given passage suggest that children who are compelled to earn money for their family by working at small age lose interest in completing their education। ਇਹ ਸਟੇਟਮੈਂਟ ਬਿਲਕੁਲ ਗਲਤ ਹੈ ਕਿਉਂਕਿ ਆਪਾਂ ਨੇ ਪੜ੍ਹਿਆ
ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਪੈਸੇਜ ਵਿੱਚ ਲਿਖਿਆ ਹੋਇਆ ਹੈ ਕਿ ਬੱਚਿਆਂ ਦੀਆਂ ਅੱਖਾਂ ਤੋਂ ਹੀ ਪਤਾ ਚੱਲਦਾ ਕਿ ਉਹ ਸਕੂਲ ਜਾਣਾ ਚਾਹੁੰਦੇ ਨੇ। ਜੇ ਉਹਨਾਂ ਤੋਂ ਪੁੱਛੋ ਤਾਂ ਉਹ ਹਲਕੀ ਜਿਹੀ ਸਮਾਈਲ ਕਰਦੇ ਨੇ, ਉਹ ਮਨਾ ਨਹੀਂ ਕਰਦੇ। ਇਹਦਾ ਮਤਲਬ ਚਾਹੇ ਬੱਚੇ ਚਾਈਲਡ ਲੇਬਰ ਦੇ ਵਿੱਚ ਪੈ ਗਏ, ਪਰ ਕਿਤੇ ਨਾ ਕਿਤੇ ਜੇ ਉਹਨਾਂ ਨੂੰ ਅਪੋਰਚੁਨਿਟੀ ਮਿਲੇ ਤਾਂ ਸਕੂਲ ਜ਼ਰੂਰ ਜਾਣਾ ਚਾਹਣਗੇ। ਉਹਨਾਂ ਦਾ ਇੰਟਰਸਟ ਨਹੀਂ ਖੋਇਆ ਪੜ੍ਹਾਈ 'ਚੋਂ। ਲਾਸਟ ਕੁਐਸਚਨ ਹੈ, given passage suggests that better implementation of right to education can be ensured। ਸੋ ਜੋ ਆਪਾਂ ਨੇ ਲਾਸਟ ਪੈਸੇਜ ਵਿੱਚ ਪੜਿਆ ਕਿ ਸਕੀਮਸ ਤਾਂ ਬਹੁਤ ਨੇ ਪੜ੍ਹਾਈ ਨੂੰ ਲੈ ਕੇ, ਪਰ ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ। ਕਿਵੇਂ ਇੰਪਲੀਮੈਂਟੇਸ਼ਨ ਹੋ ਸਕਦੀ ਹੈ? ਜੇ ਲੋਕਾਂ ਤੱਕ ਉਸ ਸਕੀਮਸ ਨੂੰ ਪਹੁੰਚਾਇਆ ਜਾਵੇ, ਲੋਕਾਂ ਨੂੰ ਜਾਗਰੂਕ ਕੀਤਾ ਜਾਵੇ by spreading awareness about existing educational scheme option D। ਸੋ ਆਈ ਹੋਪ ਤੁਹਾਨੂੰ ਪਹਿਲਾ ਪੈਸੇਜ ਸਮਝ ਆ ਗਿਆ ਕਿ ਲੀਗਲ ਰੀਜ਼ਨਿੰਗ ਦੇ ਅੰਦਰ ਤੁਹਾਨੂੰ ਐਗਜ਼ਾਮ ਦੇ ਵਿੱਚ ਕਿਸ ਟਾਈਪ ਦੇ ਪੈਸੇਜ ਆਣਗੇ। ਮੰਨ ਲਓ ਪੈਸੇਜ ਵਿੱਚ ਤੁਹਾਨੂੰ 5 ਕੁਐਸਚਨ ਨੇ, ਤਾਂ ਉਹਦੇ ਵਿੱਚੋਂ ਜਿਹੜੇ 4 ਕੁਐਸਚਨ ਹੋਣਗੇ ਉਹ ਤਾਂ ਸਿੱਧਾ ਤੁਹਾਨੂੰ ਪੈਸੇਜ ਵਿੱਚੋਂ ਹੀ ਉਹਨਾਂ ਦੇ ਆਨਸਰ ਮਿਲ ਜਾਣਗੇ। ਇੱਕ ਅੱਧਾ ਕੁਐਸਚਨ ਐਵੇਂ ਦਾ ਹੋਊਗਾ ਜਿਹੜਾ ਐਕਸਪੈਕਟ ਕਰਦਾ ਹੋਊਗਾ ਕਿ ਤੁਹਾਨੂੰ ਪੈਸੇਜ ਤੋਂ ਬਾਹਰ ਵੀ ਜਿਸ ਲੀਗਲ ਇਸ਼ੂ ਦੇ ਬਾਰੇ ਪੈਸੇਜ ਗੱਲ ਕਰ ਰਿਹਾ ਉਹਦੇ ਬਾਰੇ ਨੌਲੇਜ ਹੋਵੇ। ਅਗਲਾ ਹੈ ਇੱਕ ਸਿੰਗਲ ਪੈਸੇਜ ਹੈ, ਇੱਕ ਹੀ ਕੁਐਸਚਨ ਹੈ। ਮਿਸਟਰ ਏ ਇੱਕ ਲਾਅ ਦਾ ਸਟੂਡੈਂਟ ਹੈ, ਉਮਰ ਹੈ 19 ਸਾਲ, ਸੋਸ਼ਲੀ ਐਕਟਿਵ ਹੈ, ਆਪਣਾ ਓਪੀਨੀਅਨ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਤੇ ਰੱਖਦਾ ਹੈ। ਇੱਕ ਉਹਨੇ ਬਲੌਗ ਪਬਲਿਸ਼ ਕੀਤਾ ਸੀ ਜਿਹਦੇ ਵਿੱਚ ਉਹਨੇ ਸਰਕਾਰ ਦੀਆਂ ਕੁਝ ਨੀਤੀਆਂ ਨੂੰ, ਪਾਲਿਸੀਆਂ ਨੂੰ ਕ੍ਰਿਟਿਸਾਈਜ਼ ਕੀਤਾ ਸੀ, ਜਿਹਦੇ ਵਿੱਚ ਸਰਕਾਰ ਕੁਝ ਸਿਟੀਜ਼ ਦਾ, ਟਾਊਨਸ ਦਾ ਨਾਮ ਬਦਲ ਰਹੀ ਹੈ। ਜਿਵੇਂ ਅੱਜਕੱਲ ਆਪਾਂ ਦੇਖਿਆ ਕਿ ਯੂਪੀ ਦੇ ਬਹੁਤ ਸਾਰੇ ਸ਼ਹਿਰਾਂ ਦਾ, ਟਾਊਨਸ ਦਾ ਨਾਮ ਬਦਲਿਆ ਜਾ ਰਿਹਾ ਹੈ। ਸੋ ਇਸੇ ਤਰੀਕੇ ਦੇ ਨਾਲ ਉਸ ਬੱਚੇ ਨੇ ਜੋ ਇੱਕ ਲਾਅ ਦਾ ਸਟੂਡੈਂਟ ਹੈ ਆਪਣੇ ਬਲੌਗ ਉੱਤੇ ਲਿਖਿਆ ਤੇ ਕ੍ਰਿਟਿਸਾਈਜ਼ ਕੀਤਾ ਕਿ ਸਰਕਾਰ ਦੀ ਇਹ ਪਾਲਿਸੀ ਗਲਤ ਹੈ। ਨਾਲ ਹੀ ਉਹਨੇ ਕਿਹਾ ਕਿ ਸਰਕਾਰ ਇਸ ਟਾਈਪ ਦੇ ਕਦਮ ਚੱਕ ਕੇ ਰਿਲੀਜਨ ਦੇ ਲਈ ਬਾਇਸਡ ਹੋ ਰਹੀ ਹੈ। ਸੋ ਕੋਈ ਇਕੁਐਲਿਟੀ ਨਹੀਂ ਦਿਖਾ ਰਹੀ। ਜਿਹੜਾ ਬਲੌਗ ਸੀ 19 ਅਪ੍ਰੈਲ 2020 ਨੂੰ ਪਬਲਿਸ਼ ਹੋਇਆ। ਪਬਲਿਸ਼ ਹੋਣ ਤੋਂ ਬਾਅਦ ਇੱਕ ਅਮੈਂਡਮੈਂਟ ਕੀਤੀ ਇੰਡੀਅਨ ਪੀਨਲ ਕੋਡ ਦੇ ਅੰਦਰ, ਜਿਹਦੇ ਅੰਦਰ ਕ੍ਰਿਮੀਨਲ ਲਾਅ ਜਿਹਨੂੰ ਆਪਾਂ ਕਹਿੰਦੇ ਆ, ਕੋਈ ਵੀ ਕ੍ਰਾਈਮ ਕਰਦਾ ਭਾਰਤ ਦੇ ਅੰਦਰ ਤਾਂ ਉਹਨੂੰ ਆਈਪੀਸੀ ਦੇ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਹੇਟ ਸਪੀਚ ਹੈ ਜਿਹੜੀ ਉਹ ਅਲੱਗ ਆਫੈਂਸ ਹੈ ਤੇ ਉਹਦੀ ਪਨਿਸ਼ਮੈਂਟ ਵੀ ਦਿੱਤੀ ਗਈ। 19 ਅਪ੍ਰੈਲ 2020 ਨੂੰ ਤੁਸੀਂ ਮੇਨ ਫੋਕਸ ਰੱਖਣਾ ਕਿ ਇਸ ਡੇਟ ਨੂੰ ਬਲੌਗ ਪੋਸਟ ਕੀਤਾ ਤੇ ਜਿਹੜੀ ਹੇਟ ਸਪੀਚ ਨੂੰ ਆਫੈਂਸ ਕਰਾਰਿਆ ਗਿਆ, ਇੱਕ ਜੁਰਮ ਕਰਾਰਿਆ ਗਿਆ, ਉਹ ਬਲੌਗ ਪਬਲਿਸ਼ ਕਰਨ ਤੋਂ ਬਾਅਦ ਵਿੱਚ ਆਈਪੀਸੀ ਦੇ ਅੰਦਰ ਅਮੈਂਡਮੈਂਟ ਕਰਕੇ ਇਨਕਲੂਡ ਕੀਤੀ ਗਈ। ਐਨ ਐਕਸ਼ਨ ਵਾਸ ਬ੍ਰੌਟ ਅਗੇਂਸਟ ਹਿਮ। ਇਸੇ ਪ੍ਰੋਵੀਜ਼ਨ ਦੇ ਅੰਦਰ ਉਹਦੇ ਅਗੇਂਸਟ ਇੱਕ ਐਕਸ਼ਨ ਲਿਆ ਗਿਆ। ਹੁਣ ਕੀ ਉਹਨੂੰ ਸਜ਼ਾ ਹੋਊਗੀ, ਉਹਨੂੰ ਕਿੰਨੀ ਸਜ਼ਾ ਹੋਊਗੀ, ਕਿਹੜੇ ਐਕਟ ਦੇ ਅੰਦਰ ਹੋਊਗੀ, ਕਿਹੜਾ ਆਰਟੀਕਲ ਲੱਗੂਗਾ। ਹੁਣ ਆਪਾਂ ਦੇਖਦੇ ਹਾਂ ਪਹਿਲੀ ਆਪਸ਼ਨ ਕੀ ਹੈ। ਮਿਸਟਰ ਏ may be liable for the offense of hate speech as the blog was not removed even after the amendment। ਸੋ ਉਰੇ ਕੀ ਹੈ, ਜੇ ਤਾਂ ਮਿਸਟਰ ਏ ਅਮੈਂਡਮੈਂਟ ਕਰਨ ਤੋਂ ਬਾਅਦ ਬਲੌਗ ਨੂੰ ਆਪਣੇ ਪੇਜ ਤੋਂ ਹਟਾ ਦਿੰਦਾ ਜਿਹਦੇ ਵਿੱਚ ਸਰਕਾਰ ਦੇ ਖਿਲਾਫ ਕੋਈ ਹੇਟ ਸਪੀਚ ਹੈ, ਫਿਰ ਤਾਂ ਉਹਨੂੰ ਕੋਈ ਜੁਰਮ ਨਾ ਹੁੰਦਾ, ਕੋਈ ਪਨਿਸ਼ਮੈਂਟ ਨਾ ਮਿਲਦੀ, ਪਰ ਉਹਨੇ ਕੰਟੀਨਿਊ ਰੱਖਿਆ। ਉਹਨੂੰ ਪਤਾ ਲੱਗ ਗਿਆ ਵੀ 19 ਅਪ੍ਰੈਲ 2020 ਤੋਂ ਬਾਅਦ ਇਸ ਚੀਜ਼ ਨੂੰ ਅਪਰਾਧ ਕਰਾਰਿਆ ਗਿਆ, ਫਿਰ ਵੀ ਉਹਨੇ ਆਪਣੇ ਬਲੌਗ ਨੂੰ ਹਟਾਇਆ ਨਹੀਂ, ਡਿਲੀਟ ਨਹੀਂ ਕੀਤਾ। ਸੋ ਮਿਸਟਰ ਏ ਲਾਇਬਲ ਹੋ ਸਕਦਾ ਹੈ ਹੇਟ ਸਪੀਚ ਕ੍ਰਾਈਮ ਲਈ। ਅਗਲਾ ਪੈਸੇਜ ਹੈ ਹਿੰਦੂ ਸਕਸੈਸ਼ਨ ਐਕਟ ਉੱਤੇ। ਪਿਛਲੇ ਸਾਲ ਪੇਪਰ ਵਿੱਚ ਇੱਕ ਸ਼ਿਫਟ ਵਿੱਚ ਆਇਆ ਸੀ ਸਿੰਪਲ ਹਿੰਦੂ ਮੈਰਿਜ ਐਕਟ ਉੱਤੇ, ਪੈਸੇਜ ਸਿਮਿਲਰ ਇਸੇ ਟਾਈਪ ਦਾ ਸੀਗਾ। ਹੁਣ ਆਪਾਂ ਦੇਖਦੇ ਹਾਂ ਹਿੰਦੂ ਸਕਸੈਸ਼ਨ ਐਕਟ 1956 ਦੇ ਉੱਤੇ ਇਹ ਪੈਸੇਜ ਹੈ। Along with being Hindus, Buddhists, Sikh, Jain, Hindu Succession Act 1956 also applicable to anyone who convert into Hinduism। ਪਹਿਲੀ ਲਾਈਨ 'ਚ ਦੱਸਿਆ ਹੋਇਆ ਕਿ ਐਪਲੀਕੇਬਿਲਿਟੀ ਕੀ ਹੈ, ਕਿਹਦੇ ਉੱਤੇ ਹਿੰਦੂ ਸਕਸੈਸ਼ਨ ਐਕਟ ਲਾਗੂ ਹੁੰਦਾ। ਹਿੰਦੂ, ਬੁੱਧਿਸਟ, ਸਿੱਖ ਤੇ ਜੈਨ, ਇਹ ਚਾਰ ਕਮਿਊਨਿਟੀ ਦੇ ਲੋਕਾਂ ਉੱਤੇ ਤਾਂ ਅਪਲਾਈ ਹੁੰਦਾ ਹੀ ਹੁੰਦਾ। ਨਾਲ ਹੀ ਉਰੇ ਲਿਖਤਾ ਇਹਨਾਂ ਨੇ ਕਿ ਜੇ ਕੋਈ ਆਪਣਾ ਧਰਮ ਪਰਿਵਰਤਨ ਕਰਕੇ ਹਿੰਦੂਇਜ਼ਮ ਫੋਲੋ ਕਰਦਾ ਕਨਵਰਜਨ ਤੋਂ ਬਾਅਦ, ਉਹਦੇ ਉੱਤੇ ਵੀ ਹਿੰਦੂ ਸਕਸੈਸ਼ਨ ਐਕਟ ਲੱਗੂਗਾ। The act only govern cases ਜਿੱਥੇ ਕਿਸੇ ਨੇ ਕੋਈ will ਨਹੀਂ ਬਣਾਈ, ਆਪਣੀ ਕੋਈ ਵਸੀਅਤ ਨਹੀਂ ਦਿੱਤੀ ਤੇ ਉਸ ਪਰਸਨ ਦੀ, ਉਹ ਹਿੰਦੂ ਪਰਸਨ ਹੈ, ਉਹਦੀ ਡੈਥ ਹੋ ਰਹੀ ਹੈ,
ਉਹਦੀ ਪ੍ਰਾਪਰਟੀ ਅੱਗੇ ਕਿਵੇਂ ਵੰਡੀ ਜਾਊਗੀ ਉਹਦੇ ਪਰਿਵਾਰ ਵਿੱਚ, ਉਸ ਚੀਜ਼ ਨੂੰ ਲੈ ਕੇ ਇਹ ਐਕਟ ਹੈ ਹਿੰਦੂ ਸਕਸੈਸ਼ਨ ਐਕਟ। ਹਾਊ ਦ ਪ੍ਰੋਪਰਟੀ ਇਜ਼ ਟੂ ਬੀ ਡਿਸਟ੍ਰੀਬਿਊਟਿਡ, ਇਟ ਗਵਰਨਸ ਐਂਟੀ ਸਟੇਟ ਸਕਸੈਸ਼ਨ ਓਨਲੀ। ਇਹ ਇੰਪੋਰਟੈਂਟ ਚੀਜ਼ ਹੈ। ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਕੋਈ ਵੀ ਵਿਲ ਦੇ ਨਾਲ ਆਧਾਰ ਉੱਤੇ ਜੇ ਕਿਸੇ ਨੇ ਮਰਨ ਤੋਂ ਪਹਿਲਾਂ ਆਪਣੀ ਵਸੀਅਤ ਬਣਾਈ ਹੋਈ ਹੈ ਤਾਂ ਫਿਰ ਤੁਹਾਨੂੰ ਉਸ ਵਿਲ ਦੇ ਅਕੋਰਡਿੰਗ ਹੀ ਪ੍ਰਾਪਰਟੀ ਅੱਗੇ ਸਕਸੈਸ਼ਨ ਦੇ ਵਿੱਚ ਜਾਊਗੀ। ਪਰ ਜੇ ਕਿਸੇ ਪਰਸਨ ਦੀ ਵਿਲ ਨਹੀਂ ਬਣੀ ਹੋਈ, ਐਂਟੀ ਸਟੇਟ ਸਕਸੈਸ਼ਨ ਹੈ, ਤਾਂ ਫਿਰ ਹਿੰਦੂ ਸਕਸੈਸ਼ਨ ਐਕਟ ਦੇ ਜੋ ਰੂਲ ਨੇ ਉਹਦੇ ਅਕੋਰਡਿੰਗ ਪ੍ਰਾਪਰਟੀ ਅੱਗੇ ਉਹਦੇ ਬੱਚਿਆਂ ਨੂੰ, ਉਹਦੀ ਵਾਈਫ ਦੇ ਕੋਲ ਜਾਊਗੀ। ਕਲਾਸੀਫਿਕੇਸ਼ਨ ਆਫ ਪ੍ਰਾਪਰਟੀ, ਹਿੰਦੂ ਸਕਸੈਸ਼ਨ ਐਕਟ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਐਂਸੈਸਟਰਲ ਪ੍ਰਾਪਰਟੀ ਹੈ, ਪੂਰਵਜਾਂ ਤੋਂ ਪ੍ਰਾਪਰਟੀ ਆਉਂਦੀ ਹੈ, ਉਹਦੇ ਲਈ ਅਲੱਗ ਰੂਲਸ ਨੇ। ਸੈਲਫ ਐਕਵਾਇਰਡ ਪ੍ਰਾਪਰਟੀ, ਜੋ ਪ੍ਰਾਪਰਟੀ ਕਿਸੇ ਇਨਸਾਨ ਨੇ ਆਪਣੀ ਪ੍ਰਾਈਵੇਟ ਕਪੈਸਿਟੀ ਦੇ ਵਿੱਚ ਖਰੀਦੀ ਹੈ, ਉਹਦੇ ਉੱਤੇ ਅੱਗੇ ਐਂਟੀ ਸਟੇਟ ਸਕਸੈਸ਼ਨ ਦੇ ਵਿੱਚ ਕੋਈ ਵੀ ਹੱਕ ਨਹੀਂ ਹੈ। ਹਿੰਦੂ ਸਕਸੈਸ਼ਨ ਐਕਟ ਦੇ ਅੰਦਰ ਜਿਹੜੇ ਲਾਜ਼ ਗਵਰਨ ਕਰਦੇ ਨੇ, ਜਿਹੜੇ ਲਾਜ਼ ਦੇ ਵਿੱਚ ਇਹ ਲਿਖਿਆ ਹੋਇਆ ਕਿ ਪ੍ਰਾਪਰਟੀ ਕਿਹਦੇ ਕੋਲ ਜਾਊਗੀ, ਉਹ ਪ੍ਰਾਪਰਟੀ ਹੈ ਜਿਹੜੀ ਪਹਿਲਾਂ ਤੋਂ ਐਂਸੈਸਟਰਲ ਹੈ, ਪੂਰਵਜਾਂ ਤੋਂ ਆ ਰਹੀ ਹੈ। ਸੋ ਪ੍ਰਾਪਰਟੀ ਦੋ ਤਰ੍ਹਾਂ ਦੀ ਹੈ, ਐਂਸੈਸਟਰਲ ਤੇ ਸੈਲਫ ਐਕਵਾਇਰਡ। ਐਂਸੈਸਟਰਲ ਪ੍ਰਾਪਰਟੀ ਉਹ ਹੈ ਜਿਹੜੀ ਕਿਸੇ ਨੇ ਇਨਹੈਰਿਟ ਕੀਤੀ ਹੈ up to 4 generation of male lineage. A right to share in it is acquired by birth. ਹੁਣ ਕੋਈ ਹਿੰਦੂ ਮੇਲ ਆ, ਉਹਦੇ ਅੱਗੇ ਦੋ ਮੁੰਡੇ ਨੇ, ਜੇ ਉਸ ਹਿੰਦੂ ਮੇਲ ਨੂੰ ਆਪਣੇ ਫਾਦਰ ਤੋਂ ਕੋਈ ਪ੍ਰਾਪਰਟੀ ਆ ਰਹੀ ਹੈ, ਐਂਸੈਸਟਰਲ ਪ੍ਰਾਪਰਟੀ ਹੈ, ਪੂਰਵਜਾਂ ਦੀ ਪ੍ਰਾਪਰਟੀ ਉਹ ਆ ਰਹੀ ਹੈ, ਤਾਂ ਉਹ ਜਿਹੜੀ ਪ੍ਰਾਪਰਟੀ ਹੈ ਉਸ ਹਿੰਦੂ ਮੇਲ ਦੀ ਡੈਥ ਤੋਂ ਬਾਅਦ ਉਹਦੇ ਅੱਗੇ ਮੁੰਡਿਆਂ ਦੇ ਕੋਲ ਆਟੋਮੈਟਿਕਲੀ ਚਲੀ ਜਾਊਗੀ ਹਿੰਦੂ ਸਕਸੈਸ਼ਨ ਐਕਟ ਦੇ ਅਨੁਸਾਰ। ਪਰ ਜੇ ਕੋਈ ਪ੍ਰਾਪਰਟੀ ਸੈਲਫ ਐਕਵਾਇਰਡ ਹੈ, ਉਹ ਪ੍ਰਾਪਰਟੀ ਹੈ ਜਿਹੜੀ ਉਸ ਹਿੰਦੂ ਮੇਲ ਨੇ ਆਪਣੇ ਪੈਸਿਆਂ ਦੇ ਨਾਲ, ਆਪਣੇ ਰਿਸੋਰਸਿਸ ਦੇ ਲਈ, ਪਰਸਨਲ ਯੂਜ਼ ਦੇ ਲਈ ਖਰੀਦੀ ਹੈ, or through any property acquired from their share in the ancestral property, this property may be distributed in any way. So ਉਰੇ ਜਿਹੜੇ ਮੁੰਡੇ ਨੇ ਉਹ ਇਹ ਨਹੀਂ ਕਹਿ ਸਕਦੇ ਕਿ ਸਾਡਾ ਹੱਕ ਬਣਦਾ, ਉਹਨਾਂ ਦਾ ਹੱਕ ਨਹੀਂ ਬਣਦਾ। ਜੋ ਹਿੰਦੂ ਮੇਲ ਹੈ ਉਹਦੀ ਮਰਜ਼ੀ ਹੈ ਕਿ ਉਹਨੇ ਸੈਲਫ ਐਕਵਾਇਰਡ ਪ੍ਰਾਪਰਟੀ ਨੂੰ ਅੱਗੇ ਆਪਣੇ ਮੁੰਡਿਆਂ ਨੂੰ ਦੇਣਾ ਜਾਂ ਫਿਰ ਨਹੀਂ ਦੇਣਾ। A person who dies without will, ਜੋ ਇਨਸਾਨ ਬਿਨਾਂ ਵਸੀਅਤ ਤਿਆਰ ਕੀਤੇ ਮਰ ਜਾਂਦਾ ਹੈ, ਜਿਹਦੀ ਡੈਥ ਹੋ ਜਾਂਦੀ ਹੈ, ਉਹਨੂੰ ਕਿਹਾ ਜਾਂਦਾ ਹੈ ਐਂਟੀ ਸਟੇਟ। ਚਾਰ ਕੈਟੇਗਰੀ ਨੇ ਜਿਨ੍ਹਾਂ ਵਿੱਚ ਐਂਟੀ ਸਟੇਟ ਦੀ ਡੈਥ ਤੋਂ ਬਾਅਦ ਪ੍ਰਾਪਰਟੀ ਕਿਹਦੇ ਕੋਲ ਜਾਂਦੀ ਹੈ, ਉਹ ਚਾਰ ਕੈਟੇਗਰੀਜ਼ ਵੰਡੀਆਂ ਹੋਈਆਂ ਨੇ ਹਿੰਦੂ ਸਕਸੈਸ਼ਨ ਐਕਟ ਦੇ ਅੰਦਰ। ਸਭ ਤੋਂ ਪਹਿਲਾਂ ਕਲਾਸ 1 ਦੇ ਵਿੱਚ ਜਿਹੜੇ ਲੋਕ ਆਉਂਦੇ ਨੇ, ਇਹਦੇ ਵਿੱਚ ਵਾਈਫ ਆਉਂਦੀ ਹੈ, ਸਨ ਆਉਂਦਾ ਹੈ, ਡਾਟਰ ਆਉਂਦਾ। ਕਲਾਸ 2 ਜਿਵੇਂ ਫਾਦਰ ਹੋ ਗਿਆ। ਕਲਾਸ 3 ਦੇ ਵਿੱਚ ਆਉਂਦੇ ਨੇ ਐਗਨੇਟ, ਜਿਹੜੇ ਮੇਲ ਸਾਈਡ ਤੋਂ ਦਾਦਕਿਆਂ ਦੀ ਸਾਈਡ ਤੋਂ ਬਲੱਡ ਜਾਂ ਅਡਾਪਸ਼ਨ ਦੇ ਨਾਲ ਜੁੜੇ ਹੋਏ ਨੇ। ਕੋਗਨੇਟਸ, ਜੇ ਕਲਾਸ 1 ਦੇ ਵਿੱਚ ਕੋਈ ਜ਼ਿੰਦਾ ਨਹੀਂ ਹੈ, ਕਲਾਸ 2 ਦੇ ਵਿੱਚ ਕੋਈ ਜ਼ਿੰਦਾ ਨਹੀਂ ਹੈ, ਐਗਨੇਟਸ ਦੇ ਵਿੱਚ ਕੋਈ ਜ਼ਿੰਦਾ ਨਹੀਂ ਹੈ, ਫਿਰ ਲਾਸਟ ਵਿੱਚ ਉਹ ਪ੍ਰਾਪਰਟੀ ਕੋਗਨੇਟ ਕੋਲ ਜਾਊਗੀ। ਸੋ ਨੈਕਸਟ ਆਪਾਂ ਦੋ ਕੁਐਸਚਨ ਦੇਖ ਲੈਣੇ ਆ ਜਿਹੜੇ ਇਸ ਪੈਸੇਜ ਦੇ ਉੱਤੇ ਬੇਸਡ ਨੇ। ਪਹਿਲੀ ਹੈ ਚੂਜ਼ ਦ ਕਰੈਕਟ ਸਟੇਟਮੈਂਟ। ਸਟੇਟਮੈਂਟ ਇਜ਼ ਹਿੰਦੂ ਸਕਸੈਸ਼ਨ ਐਕਟ 1956 ਸਿਰਫ ਉਹਨਾਂ ਉੱਤੇ ਅਪਲਾਈ ਹੁੰਦਾ ਹੈ ਜਿਹੜੇ ਜਨਮ ਤੋਂ ਹਿੰਦੂ, ਬੁੱਧਿਸਟ, ਜੈਨ ਜਾਂ ਸਿੱਖ ਨੇ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਮੁਸਲਿਮ ਵਿਮਨ ਉੱਤੇ ਅਪਲਾਈ ਹੋ ਸਕਦਾ ਜੇ ਉਹ ਪਹਿਲਾਂ ਇੱਕ ਹਿੰਦੂ ਸੀ। ਮੰਨ ਲਓ ਕੋਈ ਹਿੰਦੂ ਔਰਤ ਹੈ, ਉਹਨੇ ਆਪਣਾ ਧਰਮ ਪਰਿਵਰਤਨ ਕਰਕੇ ਹੁਣ ਮੁਸਲਿਮ ਬਣ ਗਈ, ਤਾਂ ਕੀ ਉਹਦੇ ਤੇ ਹਿੰਦੂ ਸਕਸੈਸ਼ਨ ਐਕਟ ਅਪਲਾਈ ਹੋਊਗਾ? ਸੋ ਆਨਸਰ ਇਜ਼ ਬਿਗ ਨੋ, ਮੁਸਲਿਮਸ ਉੱਤੇ ਤਾਂ ਅਪਲਾਈ ਹੁੰਦਾ ਹੀ ਨਹੀਂ। ਹੁਣ ਪਹਿਲੀ ਸਟੇਟਮੈਂਟ ਵੀ ਗਲਤ ਹੈ ਕਿਉਂਕਿ ਆਪਾਂ ਨੇ ਪੜ੍ਹਿਆ ਪੈਸੇਜ ਦੀ ਸਟਾਰਟਿੰਗ ਵਿੱਚ ਹੀ ਕਿ ਬਾय ਬਰਥ ਜਾਂ ਫਿਰ ਆਫਟਰ ਕਨਵਰਜਨ ਜੋ ਹੁਣ ਮੌਜੂਦਾ ਹਿੰਦੂ ਨੇ, ਹਿੰਦੂਇਜ਼ਮ ਨੂੰ ਫੋਲੋ ਕਰ ਰਹੇ ਨੇ, ਉਹਨਾਂ ਉੱਤੇ ਵੀ ਅਪਲਾਈ ਹੁੰਦਾ। ਸੋ ਰਾਈਟ ਆਨਸਰ ਕੀ ਹੈ? ਨਨ ਆਫ ਦੀ ਅਬਵ। ਅਗਲੀ ਸਟੇਟਮੈਂਟ ਹੈ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਕੈਨ ਬੀ ਐਟਰੀਬਿਊਟਿਡ। ਕਿਹੜੀ ਸਟੇਟਮੈਂਟ ਆਪਾਂ ਮੰਨ ਸਕਦੇ ਹਾਂ ਇਸ ਪੈਰਾਗ੍ਰਾਫ ਦੇ ਵਿੱਚੋਂ ਪੜ੍ਹਨ ਤੋਂ ਬਾਅਦ? ਸੋ ਡਾਇਰੈਕਟਲੀ ਉਹ ਸਟੇਟਮੈਂਟ ਨਹੀਂ ਲਿਖੀ ਹੋਈ ਪਰ ਆਪਾਂ ਨੂੰ ਪਤਾ ਚੱਲ ਰਿਹਾ ਪੜ੍ਹ ਕੇ ਪੈਰਾਗ੍ਰਾਫ ਨੂੰ। ਸੋ ਉਹ ਹੈ ਆਪਸ਼ਨ ਏ ਕਿ ਜਿਹੜਾ ਹਿੰਦੂ ਸਕਸੈਸ਼ਨ ਐਕਟ ਹੈ ਸੈਲਫ ਐਕਵਾਇਰਡ ਪ੍ਰਾਪਰਟੀ ਉੱਤੇ ਐਪਲੀਕੇਬਲ ਨਹੀਂ ਹੈ, ਸਿਰਫ ਇਹ ਐਂਸੈਸਟਰਲ ਜੋ ਪੂਰਵਜਾਂ ਤੋਂ ਪ੍ਰਾਪਰਟੀ ਆ ਰਹੀ ਹੈ। ਇੱਕ ਹਿੰਦੂ ਪਰਿਵਾਰ ਦੇ ਵਿੱਚ ਜਨਮ ਲੈਣ ਦੇ ਨਾਤੇ ਤੁਹਾਨੂੰ ਜਿਹੜੀ ਪ੍ਰਾਪਰਟੀ ਮਿਲੂਗੀ ਤੁਹਾਡੇ ਪੂਰਵਜਾਂ ਦੀ ਪ੍ਰਾਪਰਟੀ ਹੈ, ਸਿਰਫ ਉਹੀ ਤੁਸੀਂ ਲੈ ਸਕਦੇ ਹੋ। ਸੈਲਫ ਐਕਵਾਇਰਡ ਪ੍ਰਾਪਰਟੀ ਉੱਤੇ ਤੁਹਾਡਾ ਹਿੰਦੂ ਸਕਸੈਸ਼ਨ ਐਕਟ ਦੇ ਅਨੁਸਾਰ ਕੋਈ ਵੀ ਹੱਕ ਨਹੀਂ ਬਣਦਾ।
ਸੋ ਨੈਕਸਟ ਹੁਣ ਕੁਝ ਕੁਐਸਚਨ ਮੈਂ ਤੁਹਾਨੂੰ ਡਿਸਕਸ ਕਰ ਰਹੀ ਹਾਂ ਲੈਂਡਮਾਰਕ ਕੇਸਿਸ। ਸੋ ਮੈਂ ਸਟਾਰਟਿੰਗ ਵਿੱਚ ਹੀ ਤੁਹਾਨੂੰ ਮੀਨਿੰਗ ਕਲੀਅਰ ਕੀਤਾ ਹੈ ਕਿ ਲੈਂਡਮਾਰਕ ਕੇਸ ਕਿਹੜੇ ਹੁੰਦੇ ਨੇ। ਹੋਰ ਵੀ ਮੈਂ ਕੱਲੇ ਇਹੋ ਜਿਹੇ ਲੈਕਚਰ ਵੀ ਲੈ ਕੇ ਆਉਂਗੀ ਫਿਊਚਰ ਵਿੱਚ ਜਿਨ੍ਹਾਂ ਵਿੱਚ ਸਿਰਫ ਔਰ ਸਿਰਫ ਲੈਂਡਮਾਰਕ ਕੇਸਿਸ ਹੀ ਕਵਰ ਹੋਣਗੇ। ਪਹਿਲਾ ਹੈ ਇੰਡੀਅਨ ਪੀਨਲ ਕੋਡ ਦੀ ਧਾਰਾ 497 ਕਿਹੜੇ ਕੇਸ ਤੋਂ ਬਾਅਦ ਖਤਮ ਕਰਤੀ। 497 ਡੀਲ ਕਰਦੀ ਸੀ ਐਡਲਟਰੀ ਦੇ ਨਾਲ, ਜੇ ਕਿਸੇ ਦਾ ਐਕਸਟਰਾ ਮੈਰਿਟਲ ਅਫੇਅਰ ਹੈ ਪਰਸਨ ਦਾ ਤਾਂ ਉਸ ਚੀਜ਼ ਨਾਲ ਇਹ ਸੈਕਸ਼ਨ 497 ਡੀਲ ਕਰਦਾ ਸੀ। ਹੁਣ ਇਹਨੂੰ ਖਤਮ ਕਰਤਾ ਜੋਸਫ ਸ਼ਾਈਨ ਵਰਸਸ ਯੂਨੀਅਨ ਆਫ ਇੰਡੀਆ ਕੇਸ ਤੋਂ ਬਾਅਦ। ਅਗਲਾ ਹੈ ਟੈਸਟ ਆਈਡੈਂਟੀਫਿਕੇਸ਼ਨ ਪੈਰਿਡ। ਇਹਦੇ ਨਾਲ ਰਿਲੇਟਡ ਕਿਹੜਾ ਇੰਪੋਰਟੈਂਟ ਕੇਸ ਹੈ। ਸੋ ਇੱਕ ਕ੍ਰਿਮੀਨਲ ਪ੍ਰੋਸੀਜਰ ਕੋਡ ਦਾ ਇੰਪੋਰਟੈਂਟ ਕੇਸ ਹੈ ਰਾਮਨਾਥ ਵਰਸਸ ਸਟੇਟ ਆਫ ਤਮਿਲਨਾਡੂ ਆਪਸ਼ਨ ਏ। ਅਗਲਾ ਹੈ ਸੁਪਰੀਮ ਕੋਰਟ ਨੇ ਕਿਹੜੇ ਕੇਸ ਵਿੱਚ ਕਿਹਾ ਸੀ ਕਿ ਤੁਸੀਂ ਪ੍ਰੋਟੈਸਟ ਇਹ ਨਹੀਂ ਹੈ ਕਿ ਕਦੋਂ ਵੀ ਕਿਤੇ ਵੀ ਕਰ ਸਕਦੇ ਹੋ। ਅੰਦੋਲਨ ਰਾਈਟ ਟੂ ਪ੍ਰੋਟੈਸਟ ਕਾਂਟ ਬੀ ਐਨੀ ਟਾਈਮ ਐਵਰੀਵੇਅਰ। ਇਹ ਕਿਹਾ ਸੀ ਕਨਿਜ ਫਾਤਿਮਾ ਵਰਸਸ ਕਮਿਸ਼ਨਰ ਆਫ ਪੁਲਿਸ ਐਂਡ ਦਿਸ ਇਜ਼ ਇੰਪੋਰਟੈਂਟ ਕੇਸ। ਨੈਕਸਟ ਇਜ਼ ਵੈਰੀ ਇੰਪੋਰਟੈਂਟ ਕੇਸ ਜਿਹੜਾ ਬਾਰ-ਬਾਰ ਪੇਪਰ 'ਚ ਰਿਪੀਟ ਹੁੰਦਾ, ਮੁਸਲਿਮ ਵਿਮੈਨ ਦੇ ਮੇਨਟੇਨੈਂਸ ਲੈਂਡ ਦਾ ਹੱਕ ਸੁਪਰੀਮ ਕੋਰਟ ਨੇ ਕਿਹੜੇ ਲੈਂਡਮਾਰਕ ਕੇਸ 'ਚ ਹਾਈਲਾਈਟ ਕੀਤਾ। ਸੋ ਇਹ ਸੀ ਮੁਹੰਮਦ ਅਹਿਮਦ ਖਾਨ ਵਰਸਸ ਸ਼ਾਹ ਬਾਨੋ ਬੇਗਮ ਕੇਸ। ਲਾਸਟ MCQ ਆ ਅੱਜ ਦੇ ਇੰਪੋਰਟੈਂਟ ਲੈਕਚਰ ਦਾ ਔਨ ਲੀਗਲ ਰੀਜ਼ਨਿੰਗ। ਸੁਪਰੀਮ ਕੋਰਟ ਨੇ ਕਿਹੜੇ ਲੈਂਡਮਾਰਕ ਕੇਸ ਦੇ ਵਿੱਚ ਸਪੀਡੀ ਟ੍ਰਾਇਲ ਬਾਰੇ ਗੱਲ ਕੀਤੀ। ਸਪੀਡੀ ਟ੍ਰਾਇਲ ਦਾ ਮਤਲਬ ਹੈ ਕਿ ਇਹ ਨਹੀਂ ਕਿ ਕਿਸੇ ਦੀ ਸੈਂਟੈਂਸ ਤੋਂ ਜ਼ਿਆਦਾ ਟਾਈਮ ਹੋ ਗਿਆ, ਉਹਦਾ ਟ੍ਰਾਇਲ ਨਹੀਂ ਚੱਲਿਆ, ਕੇਸ ਤੇ ਕੋਈ ਪ੍ਰੋਪਰ ਸੁਣਵਾਈ ਨਹੀਂ ਹੋਈ, ਜਿੰਨੀ ਉਹਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਉਸ ਤੋਂ ਜ਼ਿਆਦਾ ਸਮਾਂ ਉਹਨੇ ਜੇਲ੍ਹ ਦੇ ਵਿੱਚ ਹੀ ਕਿਸੇ ਵੀ ਅਕਿਊਜ਼ ਨੇ ਕੱਟ ਲਿਆ। ਹਰ ਕਿਸੇ ਅਕਿਊਜ਼ ਦਾ ਹੱਕ ਹੈ ਕਿ ਉਹਨੂੰ ਸਪੀਡੀ ਟ੍ਰਾਇਲ ਮਿਲੇ, ਉਹਨਾਂ ਨਾਲ ਫੇਅਰ ਜਸਟਿਸ ਹੋਵੇ। ਇਹ ਨੈਚੁਰਲ ਜਸਟਿਸ ਦਾ ਵੀ ਇੱਕ ਇੰਪੋਰਟੈਂਟ ਪਾਰਟ ਹੈ ਸਪੀਡੀ ਟ੍ਰਾਇਲ ਹੋਣਾ। ਸੋ ਇਹਦੀ ਗੱਲ ਹੋਈ ਹੁਸੈਨਾਰਾ ਖਾਤੂਨ ਵਰਸਸ ਹੋਮ ਸੈਕਟਰੀ ਸਟੇਟ ਆਫ ਬਿਹਾਰ ਕੇਸ। So this was all about today's important lecture, and do comment, share and subscribe to my channel. Thank you and good luck.